6 ਤੋਂ 14 ਸਾਲ ਦੇ ਬੱਚੇ ਸਕੂਲ ਦੇ ਬੱਚੇ ਜਿਹੜੇ ਨੇ ਉਹ ਜੇਲ੍ਹ ਵਿੱਚ ਬੰਦ ਨੇ। ਉਹ ਆਖਣ ਲੱਗਾ ਮਜਬੂਰੀ ਹੈ, ਸਾਨੂੰ ਹੁਕਮ ਹੈ, ਕਿਸੇ ਨੂੰ ਰਿਹਾ ਨਹੀਂ ਕਰਨਾ। 6 ਜੂਨ ਤੋਂ ਬਾਅਦ 2 ਘੰਟੇ ਲਈ ਕਰਫਿਊ ਖੁੱਲਿਆ। ਨਾਲ ਦੀਆਂ ਇਮਾਰਤਾਂ ਚੋਂ ਜਿਉਂ ਹੀ ਬੰਦੇ ਨਿਕਲੇ ਨੇ, ਜਿਉਂ ਹੀ ਪਤਾ ਲੱਗਾ ਲੋਕੀ ਬਾਹਰ ਨੂੰ ਭੱਜਦੜ ਪਈ ਆਏ ਨੇ ਤੇ ਲਾਇਬ੍ਰੇਰੀ ਬਿਲਡਿੰਗ ਵਾਲੇ ਪਾਸੇ ਕਰਕੇ ਉਹਨਾਂ ਦੇ ਫੇਰ ਪਿੱਛੇ ਹੱਥ ਬੰਨ੍ਹ ਦਿੱਤੇ ਗਏ, ਚੁੰਨੀਆਂ ਨਾਲ ਹੱਥ ਬੰਨ੍ਹ ਦਿੱਤੇ ਗਏ, ਪੱਗਾਂ ਨਾਲ ਹੱਥ ਬੰਨ੍ਹ ਦਿੱਤੇ ਗਏ ਤੇ ਕਤਾਰਾਂ ਵਿੱਚ ਖੜੀਆਂ ਕਰਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਕੀ ਉਹਨਾਂ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਲੱਜਦੇ ਸਨ। 7-8 ਹਜ਼ਾਰ ਸਿੱਖ ਨੌਜਵਾਨ ਬੱਚੇ ਬਜ਼ੁਰਗ ਇਸੇ ਹੀ ਤਰੀਕੇ ਨਾਲ ਤਕਰੀਬਨ ਮਾਰੇ ਗਏ। ਜਿਨ੍ਹਾਂ ਨੇ ਲਾਸ਼ਾਂ ਚੱਕੀਆਂ ਉਹਨਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ, ਪੈਸੇ ਦਾ ਲਾਲਚ ਦੇ ਕੇ, ਲੁੱਟ ਦਾ ਲਾਲਚ ਦੇ ਕੇ, ਜੋ ਉਹਨਾਂ ਦੇ ਕੋਲੋਂ ਸੋਨਾ ਪੈਸਾ ਮਿਲ ਜਾਏ ਉਹ ਤੁਹਾਡਾ, ਉਹਦਾ ਲਾਲਚ ਦੇ ਕੇ ਜਮਾਦਾਰਾਂ ਪਾਸੋਂ ਗੰਦ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਜਿਹੜੇ ਨੇ ਸਰੀਰ ਚੁੱਕ ਕੇ ਜਾ ਕੇ ਇੱਕ ਢੇਰ ਬਣਾ ਦਿੱਤਾ ਗਿਆ, ਜਿਹਨੂੰ ਫਿਰ ਮੁੜ ਕੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਉਸ ਮੁਲਕ ਨੂੰ ਆਪਣਾ ਕਿਵੇਂ ਆਖਾਂ ਜਿੱਥੇ ਸਾਡੀਆਂ ਰੂਹਾਂ ਦਾ ਕਤਲ ਹੋਇਆ। ਸਰਕਾਰ ਦਾ, ਮੀਡੀਆ ਦਾ ਇਹ ਪ੍ਰਚਾਰਨ ਤੇ ਜ਼ੋਰ ਲੱਗਾ ਹੋਇਆ ਕਿ ਹਰਮੰਦਰ ਸਾਹਿਬ ਵਿੱਚ ਅੱਤਵਾਦੀ ਸਨ। ਹਰ ਪੱਗ ਵਾਲਾ ਜਿਹੜਾ ਉਹ ਟੈਰੋਰਿਸਟ ਸੀ ਜਾਂ ਹੈ, ਅੰਮ੍ਰਿਤਧਾਰੀ ਜਾਂ ਕੇਸਰੀ ਦਸਤਾਰ ਵਾਲਾ ਤਾਂ ਫਿਰ ਸਰਟੀਫਾਈਡ ਟੈਰੋਰਿਸਟ ਗਰਦਾਨ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਭਈ ਸਾਨੂੰ ਆਪਣਿਆਂ ਨੂੰ ਵੀ ਇਹ ਯਾਦ ਕਰਾਉਣਾ ਪੈ ਰਿਹਾ ਕਿ ਸਾਡੇ ਨਾਲ ਕੁਝ ਹੋਇਆ ਸੀ, ਇਹਨੂੰ ਭੁੱਲਿਓ ਨਾ। ਜਿਸ ਸਿੱਖ ਨੂੰ ਜੂਨ 1984 ਦਾ ਯਾਦ ਕਰਾਉਣਾ ਪੈਂਦਾ ਹੈ ਨਾ ਭਈ ਭੁੱਲੀ ਨਾ, ਖਿਮਾ ਕਰਿਓ, ਉਹ ਸਿੱਖ ਨਹੀਂ ਕੁਛ ਹੋਰ ਤੇ ਹੋ ਸਕਦਾ। ਇਹਨਾਂ ਸਾਰਿਆਂ ਦੀ ਰਿਹਾਈ ਕਰਨ ਲਈ ਹਰ ਕੋਰਟ ਨੇ ਇਨਕਾਰ ਕਰ ਦਿੱਤਾ। ਉਹ ਕਹਿੰਦਾ ਵੀ ਮੈਂ ਖੁਦ ਜਾ ਕੇ ਡੀਸੀ ਸਾਹਿਬ ਨੂੰ ਮਿਲਿਆ ਵੀ ਇਹ ਗੱਲ ਗਲਤ ਹੈ। 6 ਤੋਂ 14 ਸਾਲ ਦੇ ਬੱਚੇ, ਸਕੂਲ ਦੇ ਬੱਚੇ ਜਿਹੜੇ ਨੇ ਉਹ ਜੇਲ੍ਹ ਵਿੱਚ ਬੰਦ ਨੇ। ਉਹ ਆਖਣ ਲੱਗਾ ਮਜਬੂਰੀ ਹੈ, ਸਾਨੂੰ ਹੁਕਮ ਹੈ, ਕਿਸੇ ਨੂੰ ਰਿਹਾ ਨਹੀਂ ਕਰਨਾ। ਫਿਰ ਵਕੀਲਾਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਡੀਸੀ ਨੇ ਇਨਕਾਰ ਕਰ ਦਿੱਤਾ, ਜੱਜਾਂ ਨੇ ਇਨਕਾਰ ਕਰ ਦਿੱਤਾ, ਹੇਠਲੀਆਂ ਅਦਾਲਤਾਂ ਨੇ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਵਿੱਚੋਂ ਜਾ ਕੇ ਉਹਨਾਂ ਬੱਚਿਆਂ ਨੂੰ ਲੁਧਿਆਣੇ ਦੀ ਜੇਲ੍ਹ ਵਿੱਚੋਂ ਜਿਹੜਾ ਉਹ ਰਿਹਾ ਕਰਵਾਇਆ ਗਿਆ। 6 ਜੂਨ ਤੋਂ ਬਾਅਦ 2 ਘੰਟੇ ਲਈ ਕਰਫਿਊ ਖੁੱਲਿਆ। ਨਾਲ ਦੀਆਂ ਇਮਾਰਤਾਂ ਚੋਂ ਜਿਉਂ ਹੀ ਬੰਦੇ ਨਿਕਲੇ ਨੇ, ਜਿਉਂ ਹੀ ਪਤਾ ਲੱਗਾ ਲੋਕੀ ਬਾਹਰ ਨੂੰ ਭੱਜਦੜ ਪਈ ਆਏ ਨੇ ਤੇ ਲਾਇਬ੍ਰੇਰੀ ਬਿਲਡਿੰਗ ਵਾਲੇ ਪਾਸੇ ਕਰਕੇ ਉਹਨਾਂ ਦੇ ਫੇਰ ਪਿੱਛੇ ਹੱਥ ਬੰਨ੍ਹ ਦਿੱਤੇ ਗਏ, ਚੁੰਨੀਆਂ ਨਾਲ ਹੱਥ ਬੰਨ੍ਹ ਦਿੱਤੇ ਗਏ, ਪੱਗਾਂ ਨਾਲ ਹੱਥ ਬੰਨ੍ਹ ਦਿੱਤੇ ਗਏ ਤੇ ਕਤਾਰਾਂ ਵਿੱਚ ਖੜੀਆਂ ਕਰਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਕੀ ਉਹਨਾਂ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਲੱਜਦੇ ਸਨ। ਹੁਣ 7-8 ਹਜ਼ਾਰ ਸਿੱਖ ਨੌਜਵਾਨ ਬੱਚੇ ਬਜ਼ੁਰਗ ਇਸੇ ਹੀ ਤਰੀਕੇ ਨਾਲ ਤਕਰੀਬਨ ਮਾਰੇ ਗਏ, ਸ਼ਹੀਦ ਕੀਤੇ ਗਏ। ਹੁਣ ਇਹ ਤੋਂ ਅੱਗੇ ਚਲੀਏ, ਜੇ ਅੰਦਰ ਨਫ਼ਰਤ ਨਹੀਂ, ਜੇ ਅੰਦਰ ਜ਼ਹਿਰ ਨਹੀਂ, ਜੇ ਕੋਈ ਪ੍ਰੀ ਪਲਾਨਡ ਪ੍ਰੋਗਰਾਮ ਨਹੀਂ ਸੀ, ਜੇ ਨਸਲਕੁਸ਼ੀ ਦਾ ਪ੍ਰੋਗਰਾਮ ਨਹੀਂ ਸੀ, ਦੇਖੋ ਕਿਸੇ ਨੂੰ ਫੜਨ ਲਈ, ਕਿਸੇ ਨੂੰ ਕੁਝ ਕਰਨ ਲਈ, ਕੁਝ ਸੁਧਾਰਨ ਲਈ ਹਮਲਾ ਨਹੀਂ ਸੀ। ਇਹ ਕੇਵਲ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਹਮਲਾ ਕੀਤਾ ਗਿਆ। ਉਹਦਾ ਆਪਾਂ ਇਤਿਹਾਸ ਗਵਾਹ ਹੈ ਸਾਡੇ ਕੋਲ। ਉਹ ਦੱਸਦੇ ਨੇ ਪੋਸਟਮਾਰਟਮ ਦੀਆਂ ਰਿਪੋਰਟਾਂ ਬਣਾਉਣ ਵਾਲੇ ਡਾਕਟਰਾਂ ਦੇ ਬਿਆਨ ਨੇ ਕਿ ਲਾਸ਼ਾਂ ਦੇ ਬਹੁਤੀਆਂ ਦੇ ਹੱਥ ਜਿਹੜੇ ਸਨ ਉਹ ਪਿੱਛੇ ਬੰਨੇ ਹੋਏ ਸਨ। ਕਈਆਂ ਦੇ ਉਹ ਤੋਂ ਬਾਅਦ 'ਚ ਗੱਠਾਂ ਖੋਲ ਦਿੱਤੀਆਂ ਗਈਆਂ ਸਨ, ਪਰ ਹੱਥ ਅਜੇ ਉਸੇ ਤਰ੍ਹਾਂ। ਮੁਰਦਾ ਘਰਾਂ ਵਿੱਚ ਵੀ ਜਦੋਂ ਲਿਆ ਕੇ ਉਹਨਾਂ ਨੂੰ ਸਿੱਟਿਆ ਗਿਆ ਤੇ ਉਹਨਾਂ ਦੇ ਹੱਥ ਉਦੋਂ ਵੀ ਪਿੱਛੇ ਬੰਨੇ ਹੋਏ ਸਨ। ਫਿਰ ਦੇਖੋ, ਜਿਨ੍ਹਾਂ ਨੇ ਲਾਸ਼ਾਂ ਚੱਕੀਆਂ ਉਹਨਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ, ਪੈਸੇ ਦਾ ਲਾਲਚ ਦੇ ਕੇ, ਲੁੱਟ ਦਾ ਲਾਲਚ ਦੇ ਕੇ, ਜੋ ਉਹਨਾਂ ਦੇ ਕੋਲੋਂ ਸੋਨਾ ਪੈਸਾ ਮਿਲ ਜਾਏ ਉਹ ਤੁਹਾਡਾ, ਉਹਦਾ ਲਾਲਚ ਦੇ ਕੇ ਜਮਾਦਾਰਾਂ ਪਾਸੋਂ ਗੰਦ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਜਿਹੜੇ ਨੇ ਸਰੀਰ ਚੁੱਕ ਕੇ ਜਾ ਕੇ ਇੱਕ ਢੇਰ ਬਣਾ ਦਿੱਤਾ ਗਿਆ, ਜਿਹਨੂੰ ਫਿਰ ਮੁੜ ਕੇ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਔਰ ਕਿਸੇ ਬਣਦੀ ਹੋਈ ਰਵਾਇਤ ਮੁਤਾਬਕ ਉਹਨਾਂ ਦਾ ਸੰਸਕਾਰ ਵੀ ਨਹੀਂ ਕੀਤਾ ਗਿਆ। ਇੱਕ ਡਾਕਟਰ ਦੇ ਬਿਆਨ ਨੇ, ਉਹ ਕਹਿੰਦਾ ਇੱਕ ਫੌਜੀ ਲੈ ਕੇ ਆਏ ਇੱਕ ਸਿੱਖ ਸਿੰਘ ਨੂੰ ਪੋਸਟਮਾਰਟਮ ਕਰਨ ਲਈ, ਪਰ ਜਦੋਂ ਮੈਂ ਦੇਖਿਆ ਤੇ ਉਹ ਸਹਿਕ ਰਿਹਾ ਸੀ ਤੇ ਮੈਂ ਫੌਜੀ ਅਫਸਰ ਨੂੰ ਆਖਿਆ, ਮੈਂ ਕਿਹਾ ਜੀ ਇਹਨੂੰ ਇੱਕਦਮ ਆਪਰੇਸ਼ਨ ਥੀਏਟਰ ਵਿੱਚ ਲੈ ਜਾਓ, ਇਹ ਉਹਦੇ ਜਿਉਂਦਾ ਹੈ, ਇਹਦਾ ਆਪਰੇਸ਼ਨ ਕੀ ਕਰਨਾ ਪੈਣਾ। ਤੇ ਫੌਜੀ ਅਫਸਰ ਇੱਕਦਮ ਉਸ ਆਪਣੇ ਸਿੱਖ ਨੂੰ ਬਾਹਰ ਲੈ ਗਿਆ। ਬਾਹਰ ਜਾ ਕੇ ਉਹ ਆਂਦਾ, ਉਹਨੂੰ ਗੋਲੀ ਮਾਰੀ। ਮੈਂ ਗੋਲੀ ਦੀ ਆਵਾਜ਼ ਸੁਣੀ ਤੇ ਡਾਕਟਰ ਕੋਲ ਆ ਕੇ ਸਾਹਮਣੇ ਲਿਆ ਕੇ ਰੱਖ ਕੇ ਆਖਣ ਲੱਗਾ, ਦੇਖ ਹੁਣ ਪੋਸਟਮਾਰਟਮ ਕਰਨ ਵਾਲਾ ਹੋਇਆ ਕਿ ਨਹੀਂ। ਮਤਲਬ ਜਿਸ ਫੌਜ ਦੀ ਨਿਰਦੈਤਾ ਇਸ ਹੱਦ ਤੱਕ ਹੋਵੇ, ਦੇਖੋ ਕਸਾਈਆਂ ਵਿੱਚ, ਜ਼ਾਲਮਾਂ ਵਿੱਚ ਤੇ ਇਹਨਾਂ ਵਿੱਚ ਕਿੰਨਾ ਕੁ ਫਰਕ ਹੈ। ਇਹ ਸਾਰਾ ਕੁਝ ਖਿਮਾ ਕਰਨੀ ਉਹਨੇ ਕੀਤਾ ਜਿਨ੍ਹਾਂ ਖਾਤਰ ਸਿੱਖ ਆਪਣਾ ਆਪ ਵਾਰਦੇ ਰਹੇ, ਆਪਣਾ ਜਾਨਾਂ ਵਾਰਦੇ ਰਹੇ।
ਉਹ ਅਕਾਲ ਤਖਤ ਸਾਹਿਬ ਢਾਇਆ ਜਿਸ ਅਕਾਲ ਤਖਤ ਤੇ ਆ ਕੇ ਹਿੰਦੂ ਫਰਿਆਦੀ ਆਇਆ, ਮੇਰੀ ਘਰਵਾਲੀ ਚੁੱਕ ਕੇ ਪਠਾਨ ਲੈ ਗਿਆ ਤੇ ਖਾਲਸਾ ਜੀ ਮੇਰੀ ਬੌੜੀ ਕਰੋ, ਮੇਰੀ ਮਦਦ ਕਰੋ। ਔਰ ਮਦਦ ਕੀ ਬਣਿਆ ਹੋਇਆ ਲੰਗਰ ਛੱਡ ਦਿੱਤਾ ਔਰ ਕਹਿੰਦੇ ਖਾਣਾ ਫੇਰ ਖਾਵਾਂਗੇ, ਪਹਿਲਾਂ ਇਹਨਾਂ ਦੀ ਜਿਹੜੀ ਬੱਚੀ ਹੈ ਇਹਦੇ ਘਰਵਾਲੀ ਜਿਹੜੀ ਹੈ ਉਹ ਪਹਿਲਾਂ ਇਹਨੂੰ ਲਿਆਈ, ਕਸੂਰ ਦੇ ਪਜਾ ਕੇ ਹਮਲਾ ਕੀਤਾ ਤੇ ਕੁਝ ਸ਼ਹਾਦਤਾਂ ਦੇ ਦੇ ਕੇ ਜਿਨ੍ਹਾਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ ਉਹਨਾਂ ਲੋਕਾਂ ਨੇ ਸ੍ਰੀ ਅਕਾਲ ਤਖਤ, ਉਸੇ ਅਕਾਲ ਤਖਤ ਸਾਹਿਬ ਨੂੰ ਜਿੱਥੋਂ ਅਰਦਾਸ ਕਰਕੇ ਇੱਜ਼ਤਾਂ ਬਚਾਉਣ ਲਈ ਜਾਂਦੇ ਰਹੇ, ਉਸੇ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕੀਤੀ ਗਿਆ। ਦੇਖੋ ਹੁਣ ਗੱਲ ਇਹ ਆਉਂਦੀ ਹੈ, ਇਹ ਠੀਕ ਹੈ ਮੁਲਕ ਆਪਣਾ ਸਭ ਕੁਝ ਠੀਕ ਹੈ, ਐਗਰੀ ਇਸ ਗੱਲ ਤੇ, ਹੁਣ ਇਹ ਵੀ ਦੱਸੋ ਉਸ ਮੁਲਕ ਨੂੰ ਆਪਣਾ ਕਿਵੇਂ ਆਖਾਂ ਜਿੱਥੇ ਸਾਡੀਆਂ ਰੂਹਾਂ ਦਾ ਕਤਲ ਹੋਇਆ, ਮਿੱਥਨੇ ਮਿੱਥੇ ਤਜੀਬ ਨੂੰ ਫੂਕਣੇ ਦੇ ਦਾਨਸ਼ਵਰਾਂ ਨੇ ਸਾਜੋ ਸਮਾਨ ਢੋਇਆ, ਬਹੁ ਬੇਟੀਆਂ ਛਡਾ ਕੇ ਲਿਆਉਣ ਵਾਲਿਆਂ ਦੇ ਸਾਹਮਣੇ ਚਲੋ ਜੇ ਕਿਸੇ ਨੇ ਕਰ ਦਿੱਤਾ, ਪਰ ਜਦੋਂ ਹੋਇਆ ਉਹ ਤੋਂ ਬਾਅਦ ਦੇ ਵਿੱਚ ਮਠਿਆਈਆਂ ਵੰਡੀਆਂ ਗਈਆਂ, ਛੋਲੇ ਪੂਰੀਆਂ ਦੇ ਇਹਨਾਂ ਨੇ ਲਾ ਕੇ ਲੰਗਰ ਲਾ ਕੇ ਲੋਕਾਂ ਨੂੰ ਖਵਾਏ, ਫੌਜੀਆਂ ਨੂੰ ਖੜਾਏ, ਵਧਾਈਆਂ ਦਿੱਤੀਆਂ, ਹਾਰ ਗਲਾਂ ਵਿੱਚ ਪਾਏ। ਐਡੀ ਅਕਿਰਤ ਘਣਤਾ ਜਿਨ੍ਹਾਂ ਖਾਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ, ਜਿਨ੍ਹਾਂ ਦਾ ਧਰਮ ਬਚਾਉਣ ਲਈ, ਜਿਹਦੇ ਸਤਿਗੁਰਾਂ ਆਖਿਆ ਸੀ ਵੀ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਜਿਨ੍ਹਾਂ ਨੂੰ ਧਰਮ ਰੱਖਿਅਕ ਦਾ ਲਕਬ ਦਿੱਤਾ ਗਿਆ ਔਰ ਉਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਾਂ ਪੈਰੋਕਾਰਾਂ ਤੇ ਦੇਖੋ ਇਹ ਕੁਝ ਹੋਵੇ ਤੇ ਕਹਿਣਾ ਪਏਗਾ ਖੂਬ ਨਿਭਾਈ ਮਿੱਤਰਤਾ ਸ਼ਿਵਲੀ ਦੇ ਫੁੱਲ ਨੇ, ਜ਼ਖਮ ਕਲੇਜੇ ਖਾ ਲਿਆ ਅਸਾਂ ਚੱਲਦੇ ਚੱਲਦੇ, ਉਹ ਅਕਿਰਤ ਘਣਾ ਦੀ ਲਾਸ਼ ਤੋਂ ਮੇਰੀ ਨਜ਼ਰ ਬਚਾਉਣਾ, ਮਤ ਪਹਿਲਾਂ ਸੜ ਜਾਏ ਚਿਖਾ ਦੇ ਬਲਦੇ ਬਲਦੇ। ਚੀਨ ਨਾਲ ਜੰਗ ਹੋਈ ਔਰ ਉਸ ਜੰਗ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ, ਮਰਨ ਵਾਲਿਆਂ ਨੂੰ ਇੱਕ ਇੱਕ ਸਿਲਾਈ ਮਸ਼ੀਨ ਦਿੱਤੀ ਗਈ, ਉਹਨਾਂ ਦੀਆਂ ਵਿਧਵਾਵਾਂ ਨੂੰ। ਇੱਥੇ ਜਿਹੜੀ ਇੰਟਰਮ ਪੇਮੈਂਟ ਦਿੱਤੀ ਗਈ ਉਹ 1-1 ਲੱਖ ਰੁਪਈਆ ਇਨਸਟੈਂਟ ਦਿੱਤਾ ਗਿਆ, ਬਾਕੀ ਜੋ ਕੁਝ ਰੁਤਬੇ ਤੇ ਉੱਤੇ ਬਾਅਦ ਦੀ ਗੱਲ ਹੈ। ਜੋ ਕੁਝ ਜਿਸ ਢੰਗ ਨਾਲ ਹੋਇਆ, ਗਿਣੇ ਮਿੱਥੇ ਤਰੀਕੇ ਨਾਲ ਹੋਇਆ, ਇਹ ਆਪਾਂ ਸਾਰੇ ਜਾਣਦੇ ਹਾਂ, ਇਹ ਤੋਂ ਕੋਈ ਅੱਖਾਂ ਨਹੀਂ ਫੇਰ ਸਕਦਾ। ਇਹ ਗੱਲ ਵੱਖਰੀ ਹੈ ਕਿ ਕੁਝ ਸਾਡੇ ਸਿੱਖ ਵੀਰ ਵੀ ਇਸ ਗਲਤ ਪ੍ਰਚਾਰ ਦਾ ਜਿਹੜਾ ਸ਼ਿਕਾਰ ਹੋ ਕੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਗੱਲਾਂ ਜਿਹੜੀਆਂ ਨੇ ਸਾਡੀ ਸਿੱਖ ਕੌਮ ਨੂੰ ਇੰਨਾ ਕੁ ਸੋਚ ਲੈਣਾ ਚਾਹੀਦਾ। ਇਹ ਗੱਲ ਕੋਈ ਅਚਨਚੇਤੀ ਹੋਈ ਘਟਨਾ ਨਹੀਂ ਸੀ, ਨਾ ਕੋਈ ਕਿਸੇ ਟੈਰੋਰਿਸਟ ਨੂੰ ਜਾਂ ਅੱਤਵਾਦੀ ਨੂੰ ਫੜਨ ਲਈ ਹੋਇਆ ਜਦੋਂ ਕੋਈ ਹਮਲਾ ਸੀ, ਇੱਕ ਬੜੀ ਗਿਣੀ ਮਿੱਥੀ ਸਾਜ਼ਿਸ਼ ਅਧੀਨ ਕੌਮ ਨੂੰ ਪਰਖਣ ਦੀ ਗੱਲ ਸੀ। ਦੇਖੋ ਸਰਕਾਰ ਦਾ, ਮੀਡੀਆ ਦਾ ਇਹ ਪ੍ਰਚਾਰਨ ਤੇ ਜ਼ੋਰ ਲੱਗਾ ਹੋਇਆ ਕਿ ਹਰਮੰਦਰ ਸਾਹਿਬ ਵਿੱਚ ਅੱਤਵਾਦੀ ਸਨ, ਹਰ ਪੱਗ ਵਾਲਾ ਜਿਹੜਾ ਉਹ ਟੈਰੋਰਿਸਟ ਸੀ ਜਾਂ ਹੈ, ਅੰਮ੍ਰਿਤਧਾਰੀ ਜਾਂ ਕੇਸਰੀ ਦਸਤਾਰ ਵਾਲਾ ਤਾਂ ਫਿਰ ਸਰਟੀਫਾਈਡ ਟੈਰੋਰਿਸਟ ਗਰਦਾਨ ਦਿੱਤਾ ਗਿਆ। ਦੇਖੋ ਹੁਣ ਦੀ ਗੱਲ ਨਹੀਂ, ਬਹੁਤ ਚਿਰ ਪਹਿਲਾਂ ਦਾ ਚੱਲ ਰਿਹਾ। ਆਉਂਦਿਆਂ ਸਾਰ ਆਜ਼ਾਦੀ ਮਿਲਦਿਆਂ, ਅਖੌਤੀ ਆਜ਼ਾਦੀ ਮਿਲਦਿਆਂ ਸਾਰੇ ਫਰਮਾਨ ਜਾਰੀ ਹੋਏ ਕਿ ਜਿਹੜੇ ਸਿੱਖ ਨੇ ਇਹ ਅੱਤਵਾਦੀ ਨੇ, ਇਹਨਾਂ ਤੇ ਖਾਸ ਨਿਗਾਹ ਰੱਖੀ ਜਾਏ, ਇਹ ਜਰਾਇਮ ਪੇਸ਼ਾ ਕੌਮ ਹੈ। ਉਦੋਂ ਕਿੱਥੇ ਸੰਤ ਭਿੰਡਰਾਂ ਵਾਲੇ ਸਨ? ਉਦੋਂ ਕੌਣ ਸੀ? ਕਿਹਦੇ ਤੇ? ਕੇਵਲ ਸਾਡੀ ਹੋਂਦ ਰੜਕਦੀ ਹੈ ਉਹਨਾਂ ਨੂੰ, ਸਾਡਾ ਇਹ ਗੁਰਸਿੱਖ ਹੋਣਾ, ਅਣਖ ਨਾਲ ਜੀਣਾ, ਗੈਰਤ ਨਾਲ ਜੀਣਾ ਰੜਕਦਾ ਹੈ। ਦੇਖੋ ਇਸੇ ਕੂੜ ਪ੍ਰਚਾਰ ਅਧੀਨ ਸਿੱਖਾਂ ਦੀ ਇੱਕ ਪੀੜ੍ਹੀ ਖਤਮ ਕਰ ਦਿੱਤੀ ਗਈ। ਇਹ ਸਾਜ਼ਿਸ਼ ਅਧੀਨ ਹੀ ਸਾਰੀਆਂ ਨਸਲਕੁਸ਼ੀਆਂ, ਚਾਹੇ ਜੂਨ 84 ਦੀ ਤੇ ਚਾਹੇ ਨਵੰਬਰ 1984 ਦੀ ਹੈ। ਪਰ ਸਧਾਰਨ ਇੱਕ ਗੱਲ ਖਿਮਾ ਕਰਨੀ, ਸਧਾਰਨ ਸਿੱਖ ਨੇ ਇਹਦਾ ਬਹੁਤ ਜ਼ਿਆਦਾ ਸੰਤਾਪ ਹਟਾਇਆ, ਪਰ ਲੀਡਰਾਂ ਨੇ ਗਿਰਗਟ ਵਾਂਗ ਰੰਗ ਬਦਲ ਕੇ ਕੱਲ ਜੇ ਉਸ ਪਾਸੇ ਜਾਣਾ ਸੀ ਤੇ ਸ਼ਹੀਦਾਂ ਦੇ ਭੋਗਾਂ ਤੇ ਜਾ ਕੇ ਲੀਡਰੀਆਂ ਕਰ ਲਈਆਂ, ਤੇ ਜਦੋਂ ਖਤਮ ਹੋ ਕਰ ਦਿੱਤੇ ਗਏ ਤੇ ਫਿਰ ਦੂਸਰੇ ਪਾਸੇ ਜਾ ਕੇ ਭਿਆਲੀ ਪਾ ਕੇ ਵਜ਼ੀਰੀਆਂ ਲੈ ਲਈਆਂ। ਦੇਖੋ ਕਿਸੇ ਲੀਡਰ ਦਾ ਕੁਝ ਨਹੀਂ ਵਿਗੜਿਆ, ਇਹ ਗਿਰਗਟ ਵਾਂਗ ਰੰਗ ਬਦਲਿਆ, ਅੱਜ ਇਹ ਨੇ ਕੱਲ ਉਹ ਨੇ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਪਰ ਜਦੋਂ ਕੌਮ ਦੇ ਪੱਲੇ ਕੇਵਲ ਖੁਆਰੀ ਪਈ ਹੈ, ਹਰ ਜਾਗਰੂਕ ਸਿੱਖ ਦਾ ਫਰਜ਼ ਬਣਦਾ ਕਿ ਉਹ ਇਸ ਦਲਦਲ ਵਿੱਚ ਜਿੱਥੇ ਕੌਮ ਅੱਜ ਫਸੀ ਹੈ ਜਾਂ ਜੋ ਕੁਝ ਸਾਡੇ ਨਾਲ ਹੋਇਆ ਇਹਨੂੰ ਮਨ ਵਿੱਚ ਵਸਾ ਕੇ ਰੱਖੋ। ਦੇਖੋ ਇਸ ਚੱਕਰ ਵਿੱਚੋਂ ਨਿਕਲਣ ਵਾਰੋ ਸੋਚੋ ਵੀ ਤੇ ਯਤਨ ਵੀ ਕਰੋ। ਅੱਜ ਕਈ ਵਾਰ ਮੇਰੇ ਵੀਰ ਜਿਹੜੇ ਨੇ ਉਹ ਇਹ ਵੀ ਆਪਾਂ ਛੋਟੇ ਛੋਟੇ ਪੈਂਫਲੇਟ ਬਣਾ ਕੇ ਸਲੋਗਨ ਬਣਾਏ ਨੇ, ਡੋਂਟ ਫੋਰਗੇਟ 1984, 1984 ਨਹੀਂ ਭੁੱਲਣੀ। ਹੈਰਾਨੀ ਦੀ ਗੱਲ ਹੈ ਭਈ ਸਾਨੂੰ ਆਪਣਿਆਂ ਨੂੰ ਵੀ ਇਹ ਯਾਦ ਕਰਾਉਣਾ ਪੈ ਰਿਹਾ ਵੀ ਸਾਡੇ ਨਾਲ ਕੁਝ ਹੋਇਆ ਸੀ, ਇਹਨੂੰ ਭੁੱਲਿਓ ਨਾ। ਉਹ ਤੇ ਪ੍ਰਚਾਰ ਕਰ ਰਹੇ ਨੇ, ਭੁੱਲ ਜਾਣਾ ਚਾਹੀਦਾ। ਜੇ ਕਰਦੇ ਹੋ ਕੋਈ ਪਹਿਲ ਕਰੋ। ਅੱਜ ਤੱਕ 1984 ਤੋਂ ਲੈ ਕੇ ਅੱਜ ਤੱਕ ਦੇ ਫੜਿਓ ਤੇ ਜੇਲ੍ਹਾਂ ਵਿੱਚੋਂ ਤੁਸੀਂ ਛੱਡ ਨਹੀਂ ਰਹੇ ਜਿਨ੍ਹਾਂ ਨੇ ਕੀਤਾ ਵੀ ਕੁਛ ਨਹੀਂ, ਦੂਜਿਆਂ ਨੂੰ ਭੁੱਲਣ ਦਾ ਉਪਦੇਸ਼ ਦੇ ਰਹੇ ਹੋ।
ਪਰ ਜਿਸ ਸਿੱਖ ਨੂੰ ਜੂਨ 1984 ਦਾ ਯਾਦ ਕਰਾਉਣਾ ਪੈਂਦਾ ਹੈ ਨਾ, ਭਈ ਭੁੱਲੀ ਨਾ, ਖਿਮਾ ਕਰਿਓ, ਉਹ ਸਿੱਖ ਨਹੀਂ ਕੁਛ ਹੋਰ ਤੇ ਹੋ ਸਕਦਾ। ਅੱਜ ਹਰ ਸਿੱਖ ਦੇ ਅੰਦਰ ਉਹ ਪੀੜਾ ਹੈ, ਦਰਦ ਹੈ, ਔਰ ਇਹਨੂੰ ਸੰਭਾਲ ਕੇ ਰੱਖਣਾ ਔਰ ਆਪਣੇ ਬੱਚਿਆਂ ਨੂੰ ਦੱਸਣਾ ਔਰ ਇਸ ਗੱਲ ਤੋਂ ਜਾਗਰੂਕ ਹੋ ਕੇ ਅਗਾਂਹ ਸਾਡੇ ਨਾਲ ਨਾ ਹੋਵੇ ਉਹਦੀ ਬਿਉਂਤਬੰਦੀ ਕਰਨੀ, ਇਹ ਵੀ ਸਾਡਾ ਹਰ ਗੁਰਸਿੱਖ ਦਾ ਫਰਜ਼ ਹੈ। ਇਕੱਲਾ ਇਹ ਨਹੀਂ, ਇਹ ਠੀਕ ਹੈ ਲੀਡਰ ਲੋਕ ਸਾਨੂੰ ਵੇਚਦੇ ਨੇ, ਕਰਦੇ ਨੇ, ਪਰ ਅਸੀਂ ਕਿਹਨਾਂ ਵਿੱਚੋਂ ਹੋਏ? ਦੇਖੋ, ਜੋ 100 ਵਾਰ ਕਰਕੇ ਵਾਅਦਿਆਂ ਨੂੰ ਮੁੱਕਰ ਜਾਂਦੇ ਰਹੇ, ਉਹਨਾਂ ਦਾ ਫੇਰ ਵੀ ਇਤਵਾਰ ਹੁੰਦਾ ਏ, ਪਤਾ ਨਹੀਂ ਕਿਉਂ। ਇਹ ਸਾਡੇ ਵਿੱਚ ਵੀ ਜਾਗਰੂਕਤਾ ਦੀ ਘਾਟ ਹੈ। ਅਸੀਂ ਵੀ ਆਪਣੇ ਛੋਟੇ ਸਿਆਸੀ ਜਿਹੜੇ ਨੇ ਸੌੜੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਾਂ ਕੌਮ ਦੀ ਵਿਗੜੀ ਸਵਾਰਨ ਲਈ ਯਤਨ ਕਰੀਏ, ਗਲਤ ਨੂੰ ਗਲਤ, ਠੀਕ ਨੂੰ ਠੀਕ ਕਹੀਏ। ਹਾਂ, ਜਿਹੜਾ ਠੀਕ ਹੈ, ਜਿਹੜਾ ਕੌਮ ਦੀ ਗੱਲ ਕਰਦਾ, ਉਹਦਾ ਆਪਾਂ ਸਾਰੇ ਰਲ ਕੇ ਜਿਹੜਾ ਸਾਥ ਦਈਏ। ਇਹਦੇ ਵਿੱਚ ਹੀ ਸਾਡਾ ਭਲਾ ਹੈ, ਇਹਦੇ ਵਿੱਚ ਹੀ ਕੌਮ ਦਾ ਭਲਾ ਹੈ।